स्टार्ट। गुरुद्वारा सुधार लहर दौरान 21 फरवरी 1921 ਨੂੰ ਨਨਕਾਣਾ ਸਾਹਿਬ ਵਿਖੇ ਵਾਪਰਿਆ ਸ਼ਹੀਦੀ ਸਾਕਾ ਇੱਕ ਅਜਿਹੀ ਘਟਨਾ ਹੈ ਜਿਸ ਨੂੰ ਭਾਰਤੀ ਅਤੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰਾ ਕਦੇ ਵੀ ਭੁੱਲ ਨਹੀਂ ਸਕਦਾ। ਡੰਡੀ ਜਿਸ ਬੇਰਹਿਮੀ ਨਾਲ ਅੰਗਰੇਜ਼ ਹੁਕਮਰਾਨਾਂ ਦੀ ਸ਼ਹਿ 'ਤੇ ਮਹੰਤ ਨਾਰਾਇਣ ਦਾਸ ਨੇ ਸਿੱਖ ਸ਼ਰਧਾਲੂਆਂ ਦੇ ਜਥੇ ਦਾ ਕਤਲੇਆਮ ਕੀਤਾ ਸੀ ਅਤੇ ਜਿਸ ਤਰ੍ਹਾਂ ਭਾਈ ਲਛਮਣ ਸਿੰਘ ਧਾਰੋਂ ਵਾਲੀ ਨੂੰ ਜਿੰਦਾ ਹੀ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹ ਘਟਨਾਕ੍ਰਮ ਪੜ੍ਹ ਸੁਣ ਕੇ ਅੱਜ ਵੀ ਲੂ ਕੰਡੇ ਖੜੇ ਹੋ ਜਾਂਦੇ ਹਨ। ਡੰਡੀ ਇਸ ਸਾਕੇ ਵਿੱਚ 86 ਦੇ ਲਗਭਗ ਸਿੰਘ ਸ਼ਹੀਦ ਹੋ ਗਏ ਸਨ। ਡੰਡੀ ਉਸ ਸਮੇਂ ਇਸ ਸਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਅੰਗਰੇਜ਼ ਹਕੂਮਤ ਦੀ ਵੀ ਵੱਡੇ ਪੱਧਰ 'ਤੇ ਬਦਨਾਮੀ ਹੋਈ ਸੀ। ਡੰਡੀ ਇਸ ਸ਼ਹੀਦੀ ਸਾਕੇ ਨੇ ਆਜ਼ਾਦੀ ਦੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰ ਦਿੱਤਾ ਸੀ। ਡੰਡੀ ਇਸ ਤੋਂ ਬਾਅਦ ਕਈ ਕੌਮੀ ਲੀਡਰਾਂ ਨੇ ਨਨਕਾਣਾ ਸਾਹਿਬ ਦਾ ਦੌਰਾ ਵੀ ਕੀਤਾ ਸੀ। ਡੰਡੀ ਭਰਾ ਇਸ ਸਾਲ ਇਸ ਸ਼ਹੀਦੀ ਸਾਕੇ ਦੀ 100ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਡੰਡੀ ਇਸ ਸਬੰਧ ਵਿੱਚ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਆਰੰਭ ਹੋਈਆਂ ਸਨ। ਡੰਡੀ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਤੌਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਡੰਡੀ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ 500 ਤੋਂ ਵੱਧ ਸ਼ਰਧਾਲੂਆਂ ਅਤੇ ਸਮੁੱਚੇ ਤੌਰ 'ਤੇ ਭਾਰਤ ਤੋਂ 700 ਦੇ ਲਗਭਗ ਸ਼ਰਧਾਲੂਆਂ ਨੇ 18 ਫਰਵਰੀ ਨੂੰ ਅਟਾਰੀ ਵਾਹਰੀ ਦੀ ਸਰਹੱਦ ਰਾਹੀਂ ਨਨਕਾਣਾ ਸਾਹਿਬ ਪਾਕਿਸਤਾਨ ਜਾ ਕੇ ਉੱਥੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋਣਾ ਸੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨੀਆਂ ਸਨ। ਡੰਡੀ ਪਰ ਅਚਾਨਕ ਇੱਕ ਦਿਨ ਪਹਿਲਾਂ 17 ਫਰਵਰੀ ਦੀ ਸ਼ਾਮ ਨੂੰ ਗ੍ਰਹਿ ਮੰਤਰਾਲੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਪਾਕਿਸਤਾਨ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਖਤਰਾ ਹੈ ਅਤੇ ਉੱਥੇ ਕਰੋਨਾ ਵੀ ਫੈਲਿਆ ਹੋਇਆ ਹੈ। ਡੰਡੀ ਇਸ ਕਰਕੇ ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਡੰਡੀ ਸੁਭਾਵਿਕ ਤੌਰ 'ਤੇ ਗ੍ਰਹਿ ਮੰਤਰਾਲੇ ਦੇ ਇਸ ਫੈਸਲੇ ਦਾ ਸਿੱਖ ਭਾਈਚਾਰੇ ਵਿੱਚ ਤਿੱਖਾ ਪ੍ਰਤੀਕਰਮ ਹੋਇਆ ਹੈ। ਡੰਡੀ ਬਹੁਤ ਸਾਰੇ ਸਿੱਖ ਸ਼ਰਧਾਲੂ ਜੋ ਦੇਸ਼ ਦੇ ਹੋਰ ਹਿੱਸਿਆਂ ਤੋਂ ਪਾਕਿਸਤਾਨ ਜਾਣ ਲਈ ਅੰਮ੍ਰਿਤਸਰ ਪਹੁੰਚ ਚੁੱਕੇ ਸਨ ਨੂੰ ਵੀ ਗ੍ਰਹਿ ਮੰਤਰਾਲੇ ਦੇ ਇਸ ਤਾਨਾਸ਼ਾਹੀ ਫੈਸਲੇ ਨਾਲ ਡੂੰਘੀ ਠੇਸ ਪਹੁੰਚੀ ਹੈ ਅਤੇ ਉਹ ਆਪਣੇ ਆਪ ਨੂੰ ਅਪਮਾਨਿਤ ਹੋਏ ਮਹਿਸੂਸ ਕਰ ਰਹੇ ਹਨ। ਡੰਡੀ ਭਰਾ ਸਾਡੀ ਇਸ ਸਬੰਧ ਵਿੱਚ ਸਪਸ਼ਟ ਰਾਏ ਹੈ ਕਿ ਜੇਕਰ ਪਾਕਿਸਤਾਨ ਵਿੱਚ ਜਥੇ 'ਚ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਵਾਕਈ ਕੋਈ ਗੰਭੀਰ ਖਤਰਾ ਸੀ ਤਾਂ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਫੀ ਸਮਾਂ ਪਹਿਲਾਂ ਅਤੇ ਉਚਿਤ ਢੰਗ ਨਾਲ ਦੱਸਿਆ ਜਾਣਾ ਚਾਹੀਦਾ ਸੀ। ਡੰਡੀ ਜਿੱਥੋਂ ਤੱਕ ਕਰੋਨਾ
ਫੈਲਣ ਦੀ ਗੱਲ ਹੈ। ਪਾਕਿਸਤਾਨ ਵਿੱਚ ਭਾਰਤ ਨਾਲੋਂ ਕਰੋਨਾ ਦੇ ਮਾਮਲੇ ਕਿਤੇ ਘੱਟ ਸਾਹਮਣੇ ਆਏ ਹਨ। ਡੰਡੀ ਇਸ ਸਮੇਂ ਉੱਥੇ ਕਰੋਨਾ ਕੋਈ ਵੱਡਾ ਮਸਲਾ ਨਹੀਂ ਹੈ। ਡੰਡੀ ਉਂਝ ਵੀ ਜੇਕਰ ਭਾਰਤੀ ਨਾਗਰਿਕਾਂ ਦੀ ਕਰੋਨਾ ਦੇ ਪੱਖ ਤੋਂ ਕੇਂਦਰੀ ਸਰਕਾਰ ਦੀ ਚਿੰਤਾ ਨੂੰ ਦੇਖਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਕਰੋਨਾ ਮਹਾਮਾਰੀ ਸੰਬੰਧੀ ਨਾਗਰਿਕਾਂ 'ਤੇ ਲਾਈਆਂ ਗਈਆਂ ਰੋਕਾਂ ਨੂੰ ਆਪਣੇ ਹਿਸਾਬ ਨਾਲ ਹੀ ਵਰਤਦੀ ਆ ਰਹੀ ਹੈ। ਡੰਡੀ ਸਟਾਰਟ। ਇੱਕ ਵਾਰ ਫਿਰ ਯੂਰਪੀਨ ਯੂਨੀਅਨ ਸਮੇਤ 22 ਦੇਸ਼ਾਂ ਦਾ ਵਫਦ ਜੰਮੂ ਕਸ਼ਮੀਰ ਦੇ ਦੌਰੇ 'ਤੇ ਗਿਆ ਹੈ। ਡੰਡੀ 5 ਅਗਸਤ 2019 ਨੂੰ ਇਸ ਰਾਜ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ 370 ਨੂੰ ਤੋੜਨ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ 2 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਸੀ। ਡੰਡੀ ਇਸ ਤੋਂ ਬਾਅਦ ਹਾਲਾਤ ਬੇਹੱਦ ਖਰਾਬ ਹੋ ਗਏ ਸਨ। ਡੰਡੀ ਇਸ ਤੋਂ ਪਹਿਲਾਂ ਚੁਣੀ ਹੋਈ ਸਰਕਾਰ ਨੂੰ ਤੋੜ ਕੇ ਕੇਂਦਰ ਵੱਲੋਂ ਸਿੱਧੀ ਪ੍ਰਸ਼ਾਸਨਿਕ ਕਮਾਂਡ ਆਪਣੇ ਹੱਥ ਲੈ ਲਈ ਸੀ। ਡੰਡੀ ਪਹਿਲਾਂ ਤੋਂ ਵਿਗੜੇ ਹਾਲਾਤ ਨੂੰ ਕਾਬੂ ਕਰਨ ਲਈ ਸਰਕਾਰ ਨੇ ਵੱਡੇ ਯਤਨ ਜ਼ਰੂਰ ਕੀਤੇ, ਪਰ ਇਸ ਦੇ ਬਾਵਜੂਦ ਹਿੰਸਕ ਘਟਨਾਵਾਂ ਵਾਪਰਦੀਆਂ ਰਹੀਆਂ। ਪਰ ਹੌਲੀ-ਹੌਲੀ ਹੁਣ ਇਹਨਾਂ ਵਿੱਚ ਕਾਫੀ ਕਮੀ ਆਈ ਲੱਗਦੀ ਹੈ। ਡੰਡੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਿਆਸੀ ਸਰਗਰਮੀਆਂ ਵੀ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ। ਡੰਡੀ ਮਹੀਨਿਆਂ ਤੱਕ ਜਿੱਥੇ 4G ਇੰਟਰਨੈਟ ਦੀਆਂ ਸੇਵਾਵਾਂ ਵੀ ਨਹੀਂ ਦਿੱਤੀਆਂ ਗਈਆਂ। ਡੰਡੀ ਇਸ ਨਾਲ ਵਿਦਿਆਰਥੀਆਂ, ਕਾਰੋਬਾਰੀਆਂ ਤੇ ਹੋਰ ਵਰਗਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡੰਡੀ ਸਿਆਸੀ ਆਗੂਆਂ ਦੀ ਰਿਹਾਈ ਤੋਂ ਬਾਅਦ ਫਾਰੂਕ ਅਬਦੁੱਲਾ ਤੇ ਮਹਿਬੂਬਾ ਮੁਫਤੀ ਦੀ ਅਗਵਾਈ ਵਿੱਚ ਗੁਪਕਰ ਜਥੇਬੰਦੀ ਬਣਾਈ ਗਈ ਸੀ, ਜਿਸ ਵਿੱਚ ਕੁਝ ਹੋਰ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ ਸਨ। ਡੰਡੀ ਇਹਨਾਂ ਵੱਲੋਂ ਗੁਪਕਰ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਧਾਰਾ 370 ਨੂੰ ਮੁੜ ਲਾਗੂ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਦੀ ਮੰਗ ਕੀਤੀ ਗਈ ਸੀ। ਡੰਡੀ ਇਸ ਦੇ ਨਾਲ ਹੀ ਸੂਬੇ 'ਚੋਂ ਰਾਸ਼ਟਰਪਤੀ ਰਾਜ ਖਤਮ ਕਰਨ ਲਈ ਵੀ ਕਿਹਾ ਗਿਆ ਸੀ। ਡੰਡੀ ਕੇਂਦਰ ਸਰਕਾਰ ਵੱਲੋਂ ਉਠਾਏ ਕਦਮਾਂ ਨਾਲ ਹੁਣ ਜਿੱਥੇ ਹਿੰਸਕ ਘਟਨਾਵਾਂ ਘਟੀਆਂ ਹਨ, ਉੱਥੇ ਸਰਹੱਦ ਪਾਰੋਂ ਆਉਂਦੇ ਅੱਤਵਾਦੀਆਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਸੀ। ਡੰਡੀ ਵਾਦੀ ਵਿੱਚ ਸਰਗਰਮ ਅੱਤਵਾਦੀਆਂ 'ਚੋਂ ਬਹੁਤੇ ਫੌਜ ਨਾਲ ਹੋਏ ਮੁਕਾਬਲਿਆਂ ਵਿੱਚ ਮਾਰੇ ਜਾ ਚੁੱਕੇ ਹਨ। ਡੰਡੀ ਸਰਕਾਰ ਵੱਲੋਂ ਇੱਥੇ ਸਥਾਨਕ ਚੋਣਾਂ ਦਾ ਵੀ ਐਲਾਨ ਕੀਤਾ ਗਿਆ ਸੀ। ਡੰਡੀ ਚਾਹੇ ਉਹਨਾਂ ਵਿੱਚ ਬਹੁਤਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਸੀ ਅਤੇ ਡਰ ਦੇ ਸਾਏ ਵਿੱਚ ਕਰਵਾਈਆਂ ਗਈਆਂ ਇਹਨਾਂ ਚੋਣਾਂ ਵਿੱਚ ਵੋਟ ਪ੍ਰਤੀਸ਼ਤ ਵੀ ਬਹੁਤ ਘੱਟ ਰਹੀ ਸੀ, ਪਰ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਜ਼ਰੂਰ ਕਰ ਲਿਆ ਗਿਆ ਸੀ। ਡੰਡੀ ਪਹਿਰਾ
ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਨੇਕਾਂ ਪਾਸਿਆਂ ਤੋਂ ਉੱਠ ਰਹੀ ਮੰਗ ਦਾ ਸੰਸਦ ਵਿੱਚ ਉੱਤਰ ਦਿੰਦਿਆਂ ਇਹ ਕਿਹਾ ਸੀ ਕਿ ਜੰਮੂ ਕਸ਼ਮੀਰ ਨੂੰ ਸਹੀ ਸਮੇਂ ਤੇ ਰਾਜ ਦਾ ਦਰਜਾ ਦਿੱਤੇ ਜਾਣ ਬਾਰੇ ਜ਼ਰੂਰ ਸੋਚਿਆ ਜਾਏਗਾ। ਡੰਡੀ ਅੰਤਰਰਾਸ਼ਟਰੀ ਦਬਾਅ ਨੂੰ ਘਟਾਉਣ ਲਈ ਵੀ ਸਰਕਾਰ ਵੱਲੋਂ ਲਗਾਤਾਰ ਯਤਨ ਜਾਰੀ ਰਹੇ ਹਨ। ਡੰਡੀ ਇਸੇ ਹੀ ਕੜੀ ਵਿੱਚ ਇੱਕ ਵਾਰ ਫਿਰ 22 ਦੇਸ਼ਾਂ ਦੇ ਰਾਜਦੂਤਾਂ ਦੇ ਵਫਦ ਨੂੰ 2 ਦਿਨਾਂ ਲਈ ਕਸ਼ਮੀਰ ਭੇਜਿਆ ਗਿਆ। ਡੰਡੀ ਜਿੱਥੇ ਉਹਨਾਂ ਨੂੰ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਨਾਲ, ਪੱਤਰਕਾਰਾਂ ਅਤੇ ਸਰਕਾਰੀ ਪ੍ਰਤੀਨਿਧੀਆਂ ਨਾਲ, ਸਿਆਸੀ ਅਤੇ ਸਮਾਜਿਕ ਖੇਤਰਾਂ ਦੇ ਪ੍ਰਤੀਨਿਧੀਆਂ ਨਾਲ ਅਤੇ ਕਾਰੋਬਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਦਿੱਤਾ ਗਿਆ। ਡੰਡੀ ਇਸ ਕਵਾਇਦ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਸੀ। ਡੰਡੀ ਪਰ ਰਾਜਦੂਤਾਂ ਨਾਲ ਪ੍ਰਦੇਸ਼ ਦੇ ਹਰ ਵਰਗ ਦੇ ਪ੍ਰਤੀਨਿਧਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਡੰਡੀ ਇੱਕ ਵੱਡੇ ਹਿੱਸੇ ਨੇ ਆਪਣੇ ਤੌਰ ਤੇ ਹੀ ਇਸ ਦਾ ਬਾਈਕਾਟ ਕਰ ਰੱਖਿਆ ਸੀ। ਡੰਡੀ ਇਸ ਲਈ ਇਸ ਵਫਦ ਦੀ ਫੇਰੀ ਨੂੰ ਸੁਤੰਤਰ ਫੇਰੀ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਬਾਵਜੂਦ ਸੂਬੇ ਦੇ ਲੋਕਾਂ ਦੇ ਕੁਝ ਪ੍ਰਤੀਨਿਧੀਆਂ ਨੂੰ ਰਾਜਦੂਤਾਂ ਨੂੰ ਮਿਲਣ ਦਾ ਮੌਕਾ ਮੁਹੱਈਆ ਕਰਵਾਉਣਾ ਇੱਕ ਚੰਗਾ ਯਤਨ ਜ਼ਰੂਰ ਕਿਹਾ ਜਾ ਸਕਦਾ ਹੈ। ਡੰਡੀ ਪਰ ਜੰਮੂ ਕਸ਼ਮੀਰ ਦੀ ਸਥਿਤੀ ਨੂੰ ਲੀਹ 'ਤੇ ਲਿਆਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਡੰਡੀ ਸਭ ਤੋਂ ਪਹਿਲਾਂ ਇੱਥੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਅਤੇ ਸਿਆਸੀ ਪਾਰਟੀਆਂ ਨੂੰ ਆਪਣੀਆਂ ਸਰਗਰਮੀਆਂ ਚਲਾਉਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਡੰਡੀ ਅਸੀਂ ਸਰਹੱਦ ਪਾਰੋਂ ਕਾਰਵਾਈ ਜਾਂ ਕਰਵਾਈ ਜਾ ਰਹੀ ਅੱਤਵਾਦੀਆਂ ਦੀ ਘੁਸਪੈਠ ਦੇ ਪੂਰੀ ਤਰ੍ਹਾਂ ਖਿਲਾਫ ਹਾਂ। ਡੰਡੀ ਦੇਸ਼ ਨੂੰ ਤੋੜਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਪਰ ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਜ਼ਰੂਰ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਡੰਡੀ ਉਹਨਾਂ ਦੀਆਂ ਵਾਜਬ ਸ਼ਿਕਾਇਤਾਂ ਜ਼ਰੂਰ ਦੂਰ ਕਰਨੀਆਂ ਚਾਹੀਦੀਆਂ ਹਨ। ਡੰਡੀ ਇਸੇ ਨਾਲ ਹੀ ਇੱਕ ਵੱਡੇ ਵਰਗ ਵਿੱਚ ਪੈਦਾ ਹੋਈ ਬੇਗਾਨਗੀ ਦੀ ਭਾਵਨਾ ਦੂਰ ਕੀਤੀ ਜਾ ਸਕਦੀ ਹੈ। ਡੰਡੀ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਪ੍ਰਭਾਵਸ਼ਾਲੀ ਯਤਨ ਦੀ ਹਾਲਤ ਨੂੰ ਠੀਕ ਕਰਨ ਵਿੱਚ ਸਹਾਈ ਹੋ ਸਕਦੇ ਹਨ। ਡੰਡੀ ਇਹਨਾਂ ਯਤਨਾਂ ਨਾਲ ਹੀ ਸੂਬੇ ਦੇ ਲੋਕਾਂ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇਗਾ। ਡੰਡੀ ਪਹਿਰਾ ਤਿਰੰਗੇ ਦਾ ਨਿਰਾਦਰ ਗੱਲ ਬਹੁਤ ਪੁਰਾਣੀ ਨਹੀਂ। ਡੰਡੀ ਮਿਤੀ 26 ਜਨਵਰੀ ਵਾਲੀ ਘਟਨਾ ਬੜੀ ਨਿੰਦਣਯੋਗ ਹੈ, ਪਰ ਉਸ ਦਿਨ ਤਿਰੰਗੇ ਦਾ ਅਪਮਾਨ ਕਿਸੇ ਨੇ ਨਹੀਂ ਸੀ ਕੀਤਾ, ਸਗੋਂ ਮਿਤੀ 29 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਹੋਇਆ ਸੀ। ਡੰਡੀ ਇੱਕ ਟੀਵੀ ਨਿਊਜ਼ ਚੈਨਲ ਦਿਖਾ ਰਿਹਾ ਸੀ ਕਿ ਕੋਈ 200 ਦੇ ਕਰੀਬ ਸ਼ਰਾਰਤੀ ਅਨਸਰ ਕਿਸਾਨ ਵਿਰੋਧੀ ਨਾਅਰੇ ਲਗਾ ਰਹੇ ਸਨ ਤੇ ਉਹਨਾਂ ਦੇ ਹੱਥਾਂ ਵਿੱਚ ਤਿਰੰਗੇ ਝੰਡੇ ਫੜੇ ਹੋਏ ਸਨ। ਡੰਡੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਨੇ ਸ਼ਾਂਤੀ ਨਾਲ ਬੈਠੇ ਕਿਸਾਨਾਂ ਵੱਲ ਜਾਣ ਲਈ ਰਾਹ ਦੇ ਦਿੱਤਾ, ਜਿਨ੍ਹਾਂ ਨੇ ਕਿਸਾਨਾਂ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਲੰਗਰ ਵਾਲੇ ਤੰਬੂਆਂ ਨੂੰ ਵੀ ਨੁਕਸਾਨ
ਪਹੁੰਚਾਇਆ ਡੰਡੀ। ਫਿਰ ਉਹਨਾਂ ਨੇ ਡੰਡਿਆਂ ਤੋਂ ਤਿਰੰਗੇ ਉਤਾਰ ਕੇ ਪੈਰਾਂ ਵਿੱਚ ਰੋਲ ਦਿੱਤੇ ਤੇ ਕਿਸਾਨਾਂ ਨਾਲ ਲੜਨ ਲੱਗ ਪਏ ਡੰਡੀ। ਇਸ ਤਰ੍ਹਾਂ ਤਿਰੰਗੇ ਦਾ ਨਿਰਾਦਰ ਹੁੰਦਾ ਦੇਖ ਕੇ ਮਨ ਨੂੰ ਬੜੀ ਤਕਲੀਫ ਹੋਈ ਸੀ ਡੰਡੀ। ਉਸ ਘਟਨਾ ਤੋਂ ਸਪਸ਼ਟ ਸੀ ਕਿ ਉਹ ਬੰਦੇ ਭਾਰਤੀ ਜਨਤਾ ਪਾਰਟੀ ਵੱਲੋਂ ਭੇਜੇ ਗਏ ਸਨ ਡੰਡੀ। ਇੰਜ ਉਸ ਪਾਰਟੀ ਨਾਲ ਸੰਬੰਧਿਤ ਕਾਰਕੁਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਸੀ, ਪਰ ਇਹ ਘਟਨਾ ਗੋਦੀ ਮੀਡੀਆ ਵਾਲੇ ਕਿਸੇ ਟੀਵੀ ਚੈਨਲ ਨੇ ਨਹੀਂ ਸੀ ਦਿਖਾਈ ਡੰਡੀ। ਉਸ ਘਟਨਾ ਤੋਂ ਸਾਫ਼ ਹੋ ਗਿਆ ਸੀ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੀ ਸੀ ਅਤੇ ਕੇਂਦਰ ਦਾ ਇਹ ਵਰਤਾਰਾ ਅਜੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਡੰਡੀ। ਮਹਿੰਗਾਈ ਦੀ ਮਾਰ, ਕਰੋਨਾ ਮਹਾਮਾਰੀ ਕਾਰਨ ਦੇਸ਼ ਦਾ ਅਰਥਚਾਰਾ ਡਗਮਗਾ ਗਿਆ ਹੈ ਡੰਡੀ। ਅਜਿਹੇ ਸਮੇਂ ਵਿੱਚ ਆਮ ਜਨਤਾ ਲਈ 2 ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਲ ਹੋ ਗਿਆ ਹੈ ਡੰਡੀ। ਆਮ ਆਦਮੀ ਪਹਿਲੇ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਡੰਡੀ। ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਡੰਡੀ। ਆਪਣੇ ਆਪ ਨੂੰ ਖੱਬੀ ਖਾਨ ਕਹਾਉਣ ਵਾਲੇ ਅਮਰੀਕਾ ਵਰਗੇ ਦੇਸ਼ਾਂ ਦੇ ਅਰਥਚਾਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਡੰਡੀ। ਭਾਰਤ ਵਿੱਚ ਲੱਖਾਂ ਲੋਕ ਪੀੜਿਤ ਹੋਏ ਡੰਡੀ। ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ ਡੰਡੀ। ਵੱਧ ਰਹੀ ਮਹਿੰਗਾਈ ਦਾ ਮੱਧ ਵਰਗ 'ਤੇ ਬਹੁਤ ਜ਼ਿਆਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਡੰਡੀ। ਆਮ ਆਦਮੀ ਦੀ ਜ਼ਰੂਰਤ ਹੈ ਰੋਟੀ, ਕੱਪੜਾ ਅਤੇ ਮਕਾਨ ਡੰਡੀ। ਖਾਣ ਵਾਲੇ ਤੇਲ, ਚਾਹ ਪੱਤੀ, ਬਾਸਮਤੀ ਚਾਵਲ, ਰਾਜਮਾਂਹ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋਇਆ ਹੈ ਡੰਡੀ। ਸਰਕਾਰ ਨੂੰ ਮਹਿੰਗਾਈ 'ਤੇ ਕੰਟਰੋਲ ਕਰਨ ਲਈ ਨਵੀਆਂ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਇਸ ਮਹਿੰਗਾਈ ਤੋਂ ਕੁਝ ਨਿਜਾਤ ਮਿਲ ਸਕੇ ਡੰਡੀ। 1 ਫਰਵਰੀ 2021 ਨੂੰ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਤੀ ਸਾਲ 2021-2022 ਵਾਸਤੇ ਅੰਤਰਿਮ ਬਜਟ ਪੇਸ਼ ਕੀਤਾ ਗਿਆ ਡੰਡੀ। ਇਸ ਬਜਟ ਦੌਰਾਨ ਆਮਦਨ ਕਰ ਐਕਟ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ ਡੰਡੀ। ਇਹਨਾਂ ਬਦਲਾਵਾਂ ਬਾਰੇ ਅਸੀਂ ਅੱਜ ਦੇ ਲੇਖ ਵਿੱਚ ਚਰਚਾ ਕਰਾਂਗੇ ਡੰਡੀ। ਪੈਰਾ ਵਿੱਤੀ ਸਾਲ 2021-2022 ਤੋਂ ਜੇਕਰ ਕਿਸੇ ਕਰਮਚਾਰੀ ਦੀ ਪ੍ਰੋਵੀਡੈਂਟ ਫੰਡ ਦੀ ਕਟੌਤੀ ਦੀ ਰਕਮ 2.5 ਲੱਖ ਜਾਂ ਇਸ ਤੋਂ ਉੱਪਰ ਹੋਵੇਗੀ ਤਾਂ ਇਸ ਰਕਮ 'ਤੇ ਪ੍ਰਾਪਤ ਹੋਈ ਵਿਆਜ ਦੇ ਰੂਪ ਵਿੱਚ ਰਕਮ 'ਤੇ ਕਰਮਚਾਰੀ ਨੂੰ ਕਰ ਦੇਣਾ ਪਵੇਗਾ ਡੰਡੀ। ਇਸ ਤੋਂ ਪਹਿਲਾਂ ਪ੍ਰੋਵੀਡੈਂਟ ਫੰਡ 'ਤੇ ਵਿਆਜ ਦੇ ਰੂਪ ਵਿੱਚ ਪ੍ਰਾਪਤ ਕੀਤੀ ਰਕਮ 'ਤੇ ਕਰ ਤੋਂ ਛੋਟ ਹੁੰਦੀ ਸੀ ਡੰਡੀ। ਵਿੱਤੀ ਸਾਲ 2021-2022 ਤੋਂ ਉਹਨਾਂ ਪ੍ਰਮੁੱਖ ਨਾਗਰਿਕਾਂ ਜਿਨ੍ਹਾਂ ਦੀ ਉਮਰ 75 ਸਾਲ ਤੋਂ ਵਧੇਰੇ ਹੋਵੇ ਤੇ ਉਹਨਾਂ ਦੀ ਆਮਦਨ ਕਰ ਅਦਾ ਕਰਨ ਯੋਗ ਨਹੀਂ ਹੈ ਨੂੰ ਰਿਟਰਨ ਭਰਨ ਤੋਂ ਰਾਹਤ ਦਿੱਤੀ ਗਈ ਹੈ ਡੰਡੀ। ਸ਼ਰਤ ਇਹ ਹੈ ਕਿ ਪ੍ਰਮੁੱਖ ਨਾਗਰਿਕ ਨੂੰ ਸਿਰਫ ਆਪਣੇ ਮਹਿਕਮੇ ਤੋਂ ਪੈਨਸ਼ਨ ਤੇ ਵਿਆਜ ਦੇ ਰੂਪ ਵਿੱਚ ਹੀ ਆਮਦਨ ਇੱਕ ਹੀ ਬੈਂਕ ਤੋਂ ਪ੍ਰਾਪਤ ਹੁੰਦੀ ਹੋਵੇ ਡੰਡੀ। ਰਿਟਰਨ ਭਰਨ ਤੋਂ ਛੋਟ ਦਾ ਭਾਵ ਆਮਦਨ ਕਰ ਤੋਂ ਛੋਟ ਨਹੀਂ ਹੈ ਡੰਡੀ। 75 ਸਾਲ ਦੀ ਉਮਰ ਤੋਂ ਵਧੇਰੇ ਪ੍ਰਮੁੱਖ ਨਾਗਰਿਕਾਂ ਲਈ ਇਹ ਛੋਟ ਬਗੈਰ
ਕਿਸੇ ਕਾਰਨ ਪਰੇਸ਼ਾਨੀ ਤੋਂ ਬਚਣ ਲਈ ਦਿੱਤੀ ਗਈ ਹੈ ਡੰਡੀ। ਇਹਨਾਂ ਪ੍ਰਮੁੱਖ ਨਾਗਰਿਕਾਂ ਦੀ ਆਮਦਨ ਤੇ ਬੈਂਕ ਵੱਲੋਂ ਬਣਦੇ ਆਮਦਨ ਕਰ ਦੀ ਕਟੌਤੀ ਜਾਰੀ ਰਹੇਗੀ ਡੰਡੀ। ਜਿਨ੍ਹਾਂ ਪ੍ਰਮੁੱਖ ਨਾਗਰਿਕਾਂ ਨੂੰ ਇਹਨਾਂ ਦੋਵਾਂ ਆਮਦਨਾਂ ਤੋਂ ਇਲਾਵਾ ਹੋਰ ਕਿਸੇ ਵਸੀਲੇ ਤੋਂ ਆਮਦਨ ਹੁੰਦੀ ਹੋਵੇ ਉਹਨਾਂ ਨੂੰ ਰਿਟਰਨ ਭਰਨ ਤੋਂ ਛੋਟ ਨਹੀਂ ਹੈ ਡੰਡੀ। ਪਰ ਸਰਕਾਰ ਨੇ ਵਿੱਤੀ ਸਾਲ 2021-2022 ਦੀ ਰਿਟਰਨ ਭਰਨ ਸਮੇਂ ਤੋਂ ਰਿਟਰਨ ਭਰਨ ਦਾ ਸਮਾਂ 3 ਮਹੀਨੇ ਤੱਕ ਘਟਾ ਦਿੱਤਾ ਹੈ ਡੰਡੀ। ਪਹਿਲਾਂ ਕਿਸੇ ਵੀ ਵਿੱਤੀ ਸਾਲ ਦੀ ਰਿਟਰਨ ਅਸੀਂ ਉਸ ਵਿੱਤੀ ਸਾਲ ਤੋਂ ਅਗਲੇ ਸਾਲ ਭਾਵ ਮੁਲਾਂਕਣ ਸਾਲ ਵਿੱਚ 31 ਮਾਰਚ ਤੱਕ ਭਰਦੇ ਆਏ ਹਾਂ। ਹੁਣ ਉਹ ਰਿਟਰਨ ਉਸੇ ਸਾਲ ਹੀ ਭਾਵ 31 ਦਸੰਬਰ ਤੱਕ ਹੀ ਭਰਨੀ ਪਵੇਗੀ ਡੰਡੀ। ਮੰਨ ਲਵੋ ਜਿਵੇਂ ਅਸੀਂ ਵਿੱਤੀ ਸਾਲ 2020-2021 ਦੀ ਰਿਟਰਨ 31 ਮਾਰਚ 2022 ਤੱਕ ਭਰ ਸਕਦੇ ਹਾਂ, ਪਰ ਅਗਲੇ ਵਿੱਤੀ ਸਾਲ ਭਾਵ 2021-2022 ਦੀ ਰਿਟਰਨ 31 ਮਾਰਚ 2023 ਤੱਕ ਨਹੀਂ 31 ਦਸੰਬਰ 2022 ਤੱਕ ਹੀ ਭਰਨੀ ਪਵੇਗੀ ਡੰਡੀ। ਕਿਸੇ ਵੀ ਪ੍ਰਕਾਰ ਦੀ ਸੋਧ ਵੀ ਇਸ ਸਮੇਂ ਦੇ ਅੰਦਰ ਹੀ ਕਰਨੀ ਪਵੇਗੀ ਡੰਡੀ। ਆਮਦਨ ਕਰ ਟੈਕਸ 1961 ਦੇ ਅਨੁਸਾਰ ਆਮਦਨ ਕਰ ਵਿਭਾਗ ਵੱਲੋਂ ਹੁਣ ਤੱਕ ਕਿਸੇ ਵੀ ਕਰਦਾਤਾ ਦੇ ਕਰ ਨਾਲ ਸੰਬੰਧਿਤ 4 ਸਾਲ ਤੱਕ ਪੁਰਾਣੇ ਮਾਮਲਿਆਂ ਨੂੰ ਖੰਗਾਲਿਆ ਜਾ ਸਕਦਾ ਸੀ ਡੰਡੀ। ਜੇਕਰ ਕਿਸੇ ਕਰਦਾਤਾ ਦੀ ਆਮਦਨ ਵਿੱਚ 1 ਲੱਖ ਜਾਂ ਇਸ ਤੋਂ ਵਧੇਰੇ ਰਕਮ ਦੀ ਬੇਨਿਯਮੀ ਆਮਦਨ ਕਰ ਵਿਭਾਗ ਦੇ ਧਿਆਨ ਵਿੱਚ ਆਉਂਦੀ ਸੀ ਤਾਂ ਵਿਭਾਗ ਵੱਲੋਂ ਅਜਿਹੇ 6 ਸਾਲ ਪੁਰਾਣੇ ਮਾਮਲਿਆਂ ਨੂੰ ਵੀ ਖੰਗਾਲਿਆ ਜਾ ਸਕਦਾ ਸੀ, ਪਰ ਸਰਕਾਰ ਵੱਲੋਂ ਵਿੱਤੀ ਸਾਲ 2021-2022 ਤੋਂ ਇਹ ਸਮਾਂ ਘਟਾ ਦਿੱਤਾ ਗਿਆ ਹੈ ਡੰਡੀ। ਹੁਣ ਵਿਭਾਗ ਵੱਲੋਂ ਕਿਸੇ ਕਰਦਾਤਾ ਦੀ ਆਮਦਨ ਵਿੱਚ ਬੇਨਿਯਮੀਆਂ ਧਿਆਨ ਵਿੱਚ ਆਉਣ ਤੇ ਉਸ ਕਰਦਾਤਾ ਦੇ ਸਿਰਫ 3 ਸਾਲ ਪੁਰਾਣੇ ਮਾਮਲਿਆਂ ਨੂੰ ਹੀ ਖੰਗਾਲਿਆ ਜਾ ਸਕੇਗਾ ਡੰਡੀ। ਯੂਨਿਟ ਲਿੰਕਡ ਇੰਸ਼ੋਰੈਂਸ ਪਲਾਨ, ਜਿਨ੍ਹਾਂ ਨੂੰ ਅਸੀਂ ਆਮ ਸੰਖੇਪ ਭਾਸ਼ਾ ਵਿੱਚ ਯੂਲਿਪ ਪਲਾਨ ਵਾਲੀਆਂ ਪਾਲਿਸੀਆਂ ਵੀ ਕਹਿ ਦਿੰਦੇ ਹਾਂ ਡੰਡੀ। ਪਾਲਿਸੀ ਧਾਰਕਾਂ ਵੱਲੋਂ 1 ਫਰਵਰੀ 2021 ਤੋਂ ਬਾਅਦ ਵਿੱਚ ਲਈਆਂ ਯੂਲਿਪ ਪਲਾਨਜ਼ ਨਾਲ ਸੰਬੰਧਿਤ ਪਾਲਿਸੀਆਂ ਜਿਨ੍ਹਾਂ ਦੀ ਸਾਲਾਨਾ ਕਿਸ਼ਤ 2.5 ਲੱਖ ਰੁਪਏ ਜਾਂ ਇਸ ਤੋਂ ਵੱਧ ਹੋਵੇਗੀ ਦੀ ਮਿਆਦ ਪੁੱਗਣ ਤੇ ਮਿਲੀ ਰਕਮ ਨੂੰ ਜਾਇਦਾਦ ਤੋਂ ਮਿਲਣ ਵਾਲੇ ਲਾਭ ਵਿੱਚੋਂ ਆਮਦਨ ਵਿੱਚ ਸ਼ਾਮਿਲ ਕਰਕੇ ਆਮਦਨ ਕਰ ਦੇ ਸਲੈਬ ਅਨੁਸਾਰ ਹੀ ਬਣਦਾ ਕਰ ਅਦਾ ਕਰਨਾ ਪਵੇਗਾ ਡੰਡੀ। ਜੇਕਰ ਕਰਦਾਤਾ ਦੀ ਪਾਲਿਸੀ ਦੀ ਮਿਆਦ ਪੁੱਗਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਦਾਅਵੇ ਦੇ ਰੂਪ ਵਿੱਚ ਮਿਲੀ ਯੂਲਿਪ ਪਾਲਿਸੀ ਦੀ ਰਕਮ ਤੇ ਕੋਈ ਆਮਦਨ ਕਰ ਨਹੀਂ ਅਦਾ ਕਰਨਾ ਪਵੇਗਾ ਡੰਡੀ। ਵਿਦੇਸ਼ ਵਿੱਚ ਰਿਟਾਇਰਮੈਂਟ ਖਾਤਾ ਹੋਣ ਕਾਰਨ ਜਿਨ੍ਹਾਂ ਪ੍ਰਵਾਸੀ ਭਾਰਤੀਆਂ ਤੇ ਦੋਵਾਂ ਦੇਸ਼ਾਂ ਦੇ ਕਰ ਦੇ ਨਿਯਮ ਲਾਗੂ ਹੁੰਦੇ ਸਨ, ਇਸ ਬਜਟ ਵਿੱਚ ਅਜਿਹੇ ਪ੍ਰਵਾਸੀ ਭਾਰਤੀਆਂ ਨੂੰ ਕਰ ਅਦਾ ਕਰਨ ਦੇ ਦੋਹਰੇ ਨਿਯਮਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਡੰਡੀ। ਕਰ ਅਦਾ ਕਰਨ ਦੇ ਦੋਹਰੇ ਨਿਯਮਾਂ ਕਾਰਨ ਪ੍ਰਵਾਸੀ ਭਾਰਤੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਡੰਡੀ। ਪਿਛਲੇ ਕੁਝ ਸਾਲਾਂ ਤੋਂ ਸਰਕਾਰ ਵੱਲੋਂ ਤਨਖਾਹ
ਕਰ ਦੀ ਅਦਾਇਗੀ ਦੀ ਰਕਮ ਤੇ TDS ਦੀ ਰਕਮ ਰਿਟਰਨ ਦੇ ਆਨਲਾਈਨ ਫਾਰਮਾਂ ਵਿੱਚ ਪਹਿਲਾਂ ਹੀ ਮੁਹੱਈਆ ਕਰਵਾਈ ਜਾਂਦੀ ਸੀ ਤਾਂ ਕਿ ਰਿਟਰਨ ਭਰਦੇ ਸਮੇਂ ਕਰਦਾਤਾਵਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡੰਡੀ ਹੁਣ ਇਹਨਾਂ ਰਕਮਾਂ ਤੋਂ ਇਲਾਵਾ ਜਾਇਦਾਦ ਤੋਂ ਲਾਭ ਅੰਸ਼ ਆਮਦਨ ਬੈਂਕ ਜਾਂ ਡਾਕਖਾਨੇ ਤੋਂ ਪ੍ਰਾਪਤ ਵਿਆਜ ਦੀ ਰਕਮ ਆਦਿ ਰਿਟਰਨ ਦੇ ਫਾਰਮਾਂ ਦੇ ਇਹਨਾਂ ਕਾਲਮਾਂ ਵਿੱਚ ਪਹਿਲਾਂ ਹੀ ਮੁਹੱਈਆ ਕਰਵਾਈ ਜਾਵੇਗੀ। ਡੰਡੀ ਜਿਨ੍ਹਾਂ ਕਰਦਾਤਾਵਾਂ ਨੇ ਪਹਿਲੀ ਵਾਰ ਘਰ ਖਰੀਦਣ ਲਈ ਕਰਜ਼ਾ ਲਿਆ ਹੈ ਉਹਨਾਂ ਕਰਦਾਤਾਵਾਂ ਨੂੰ 31 ਮਾਰਚ 2021 ਤੱਕ ਲਏ ਘਰ ਖਰੀਦਣ ਲਈ ਕਰਜ਼ੇ ਤੇ ਸੈਕਸ਼ਨ 80E ਤਹਿਤ ਆਮਦਨ ਵਿੱਚੋਂ 1,50,000 ਦੇ ਕਰਜ਼ੇ ਦੇ ਵਿਆਜ ਦੀ ਰਕਮ ਦੀ ਵਾਧੂ ਛੋਟ ਦਿੱਤੀ ਜਾਂਦੀ ਸੀ। ਡੰਡੀ ਇਸ ਬਜਟ ਦੌਰਾਨ ਘਰ ਖਰੀਦਣ ਲਈ ਪਹਿਲੀ ਵਾਰ ਲਏ ਕਰਜ਼ੇ ਦੀ ਸਮਾਂ ਬੱਧਤਾ ਨੂੰ ਵਧਾ ਕੇ 31 ਮਾਰਚ 2022 ਤੱਕ ਕਰ ਦਿੱਤਾ ਗਿਆ ਹੈ। ਡੰਡੀ ਇਸ ਦਾ ਭਾਵ ਹੁਣ 31 ਮਾਰਚ 2022 ਤੱਕ ਘਰ ਖਰੀਦਣ ਲਈ ਪਹਿਲੀ ਵਾਰ ਲਏ ਕਰਜ਼ੇ ਦੇ ਵਿਆਜ ਦੀ ਰਕਮ ਦੀ ਆਮਦਨ ਵਿੱਚੋਂ ਵਾਧੂ ਛੋਟ ਹਾਸਲ ਹੋਵੇਗੀ। ਡੰਡੀ 2021 ਦੇ ਬਜਟ ਤੋਂ ਬਾਅਦ ਆਮਦਨ ਕਰ ਐਕਟ 1961 ਵਿੱਚ ਇਹ ਹੋਰ ਨਵਾਂ ਸੈਕਸ਼ਨ 194 ਕਿਉ ਜੋੜ ਦਿੱਤਾ ਗਿਆ ਹੈ। ਇਸ ਸੈਕਸ਼ਨ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਪੂਰੇ ਸਾਲ ਵਿੱਚ 50 ਲੱਖ ਤੋਂ ਵਧੇਰੇ ਰਕਮ ਦੀ ਕਿਸੇ ਕੋਲੋਂ ਖਰੀਦਦਾਰੀ ਕਰਦਾ ਹੈ ਤਾਂ ਉਸ ਨੂੰ 0.1% ਦੀ ਦਰ ਨਾਲ TDS ਕੱਟਣਾ ਪਵੇਗਾ। ਡੰਡੀ ਪਰ ਇਹ ਸੈਕਸ਼ਨ ਉਹਨਾਂ ਲਈ ਹੀ ਲਾਗੂ ਹੋਵੇਗਾ ਜਿਨ੍ਹਾਂ ਦੀ ਸਾਲਾਨਾ ਕੁੱਲ ਵਿਕਰੀ 10 ਕਰੋੜ ਜਾਂ ਇਸ ਤੋਂ ਵਧੇਰੇ ਹੈ। ਡੰਡੀ ਪਹਿਲਾਂ ਲਾਭ ਅੰਸ਼ ਦੀ ਰਕਮ ਵੰਡਣ ਵਾਲੀਆਂ ਕੰਪਨੀਆਂ ਨੂੰ ਕਰ ਅਦਾ ਕਰਨਾ ਪੈਂਦਾ ਸੀ ਤੇ ਇਹਨਾਂ ਕੰਪਨੀਆਂ ਵਿੱਚ ਹਿੱਸੇਦਾਰੀ ਰੱਖਣ ਵਾਲਿਆਂ ਨੂੰ ਲਾਭ ਅੰਸ਼ ਦੀ ਰਕਮ ਤੇ ਕਰ ਅਦਾ ਕਰਨ ਤੋਂ ਛੋਟ ਹੁੰਦੀ ਸੀ। ਡੰਡੀ 2021 ਦੇ ਬਜਟ ਤੋਂ ਬਾਅਦ ਹਿੱਸੇਦਾਰੀ ਰੱਖਣ ਵਾਲਿਆਂ ਦੀ ਲਾਭ ਅੰਸ਼ ਦੀ ਰਕਮ ਤੇ ਕਰ ਤੋਂ ਛੋਟ ਖਤਮ ਕਰ ਦਿੱਤੀ ਗਈ ਹੈ। ਡੰਡੀ ਇਸ ਤੋਂ ਇਲਾਵਾ ਲਾਭ ਅੰਸ਼ ਦੀ ਆਮਦਨ ਤੇ ਕਰਾਧਾਨ ਦੇ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਡੰਡੀ ਛੋਟੇ ਕਰਦਾਤਾਵਾਂ ਲਈ ਆਮਦਨ ਕਰ ਸੰਬੰਧੀ ਝਗੜਿਆਂ ਦੇ ਨਿਵਾਰਨ ਵਾਸਤੇ ਸਰਕਾਰ ਨੇ ਭਵਿੱਖ ਵਿੱਚ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਹੈ। ਡੰਡੀ ਜਿਹੜੇ ਕਰਦਾਤਾਵਾਂ ਦੀ ਆਮਦਨ 50 ਲੱਖ ਤੋਂ ਘੱਟ ਹੈ ਤੇ ਵਿਵਾਦਗ੍ਰਸਤ ਆਮਦਨ 10 ਲੱਖ ਜਾਂ ਇਸ ਤੋਂ ਘੱਟ ਹੈ ਉਹ ਇਸ ਕਮੇਟੀ ਤੱਕ ਆਮਦਨ ਕਰ ਸੰਬੰਧੀ ਝਗੜੇ ਦੇ ਨਿਵਾਰਨ ਵਾਸਤੇ ਪਹੁੰਚ ਕਰ ਸਕਦੇ ਹਨ। ਡੰਡੀ ਉਪਰੋਕਤ ਬਦਲਾਵਾਂ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਵਿਰੁੱਧ ਜਾਲੀ ਚਲਾਨ ਦੁਆਰਾ 2 ਕਰੋੜ ਜਾਂ ਇਸ ਤੋਂ ਵਧੇਰੇ ਰਕਮ ਦਾ ਲੈਣ ਦੇਣ ਕਰਨ ਦਾ ਮਾਮਲਾ ਸਰਕਾਰ ਦੇ ਧਿਆਨ ਵਿੱਚ ਆਵੇ ਤਾਂ ਜ਼ਰੂਰਤ ਪੈਣ 'ਤੇ ਸਰਕਾਰ ਵੱਲੋਂ ਉਸ ਵਿਅਕਤੀ ਦੀ ਜਾਇਦਾਦ ਜ਼ਬਤ ਕਰਨ ਦਾ ਫੈਸਲਾ ਲਿਆ ਗਿਆ ਹੈ। ਡੰਡੀ ਭਾਰਤ ਵਿੱਚ ਸਟਾਰਟਅਪ ਵੈਬ ਨਾਲ ਸੰਬੰਧਿਤ ਕਾਰੋਬਾਰ ਨੂੰ ਵਧੇਰੇ ਉਤਸ਼ਾਹਿਤ ਕਰਨ ਲਈ ਇਸ ਕਾਰੋਬਾਰ ਵਾਸਤੇ ਮਿਲੀ ਛੋਟ ਨੂੰ 31 ਮਾਰਚ 2022 ਤੱਕ ਵਧਾ ਦਿੱਤਾ ਗਿਆ ਹੈ। ਡੰਡੀ ਹੁਣ ਤੱਕ ਸਰਕਾਰ ਵੱਲੋਂ ਆਮਦਨ ਕਰ ਦੇ ਪਹਿਲੇ ਪੜਾਅ ਦੇ ਮੁਲਾਂਕਣ ਦੀ ਪ੍ਰਕਿਰਿਆ ਨੂੰ ਹੀ ਚਿਹਰਾ ਰਹਿਤ ਮੁਲਾਂਕਣ ਦੀ ਪ੍ਰਕਿਰਿਆ ਦੌਰਾਨ ਦੋਵਾਂ ਧਿਰਾਂ ਦੀ ਪਹਿਚਾਣ ਨੂੰ ਗੁਪਤ ਰੱਖਣਾ ਕੀਤਾ ਗਿਆ ਸੀ ਪਰ ਇਸ ਬਜਟ ਦੌਰਾਨ ਇਨਕਮ ਟੈਕਸ ਐਪੀਲੈਂਟ
ਟ੍ਰਿਬਿਊਨਲ ITAT ਵਿੱਚ ਕੀਤੀ ਜਾਣ ਵਾਲੀ ਅਪੀਲ ਨੂੰ ਚਿਹਰਾ ਰਹਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਡੰਡੀ ਬਹੁਤ ਹੀ ਘੱਟ ਮਾਮਲਿਆਂ ਵਿੱਚ ਲੋੜ ਪੈਣ 'ਤੇ ਸਿਰਫ ਵੀਡੀਓ ਕਾਨਫਰੰਸ ਦਾ ਸਹਾਰਾ ਲਿਆ ਜਾ ਸਕੇਗਾ। ਡੰਡੀ ਪਾਠਕ ਵਿੱਤੀ ਸਾਲ 2021-2022 ਦੇ ਆਮਦਨ ਕਰ ਦਾ ਲੇਖਾ ਜੋਖਾ ਕਰਦੇ ਸਮੇਂ ਇਸ ਬਜਟ ਦੌਰਾਨ ਆਮਦਨ ਕਰ ਐਕਟ ਵਿੱਚ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮਦਨ ਕਰ ਦੇ ਕਾਨੂੰਨੀ ਮਾਹਿਰ ਦੀ ਸਲਾਹ ਵੀ ਲੈ ਸਕਦੇ ਹਨ ਤਾਂ ਕਿ ਆਮਦਨ ਕਰ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਡੰਡੀ ਪਿਛਲੇ 10 ਦਿਨਾਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਰੇਟ ਵੱਧ ਰਹੇ ਹਨ। ਡੰਡੀ ਰਸੋਈ ਗੈਸ ਦੀ ਕੀਮਤ ਵੀ ਨਵੇਂ ਸਿਖਰ 'ਤੇ ਪਹੁੰਚ ਗਈ ਹੈ। ਡੰਡੀ ਪੈਟਰੋਲ ਦੀਆਂ ਕੀਮਤਾਂ 90 ਰੁਪਏ ਪ੍ਰਤੀ ਲੀਟਰ ਦੇ ਆਸ-ਪਾਸ ਹਨ। ਡੰਡੀ ਭੋਪਾਲ ਵਿੱਚ ਵਧੀਆ ਕਿਸਮ ਦਾ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੀ ਪਾਰ ਹੋ ਗਿਆ ਹੈ। ਡੰਡੀ ਗੌਰਤਲਬ ਹੈ ਕਿ ਅਪ੍ਰੈਲ 2014 ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪੈਟਰੋਲ ਦੀ ਕੀਮਤ 72 ਰੁਪਏ ਪ੍ਰਤੀ ਲੀਟਰ ਸੀ, ਪਰ ਉਸ ਵੇਲੇ ਕੱਚੇ ਤੇਲ ਦੀ ਕੀਮਤ $108 ਪ੍ਰਤੀ ਬੈਰਲ ਸੀ। ਡੰਡੀ ਜਦੋਂ ਕਿ ਹੁਣ ਕੱਚਾ ਤੇਲ $61 ਪ੍ਰਤੀ ਬੈਰਲ ਹੈ, ਪਰ ਪੈਟਰੋਲ ਦੀ ਕੀਮਤ ਨਵਾਂ ਸਿਖਰ ਛੂਹ ਰਹੀ ਹੈ। ਡੰਡੀ ਬੇਸ਼ੱਕ ਡਾਲਰ ਦੀ ਕੀਮਤ ਵਧੀ ਹੈ, ਪਰ ਰੁਪਏ ਦੀ ਕੀਮਤ ਘਟਣ ਲਈ ਵੀ ਤਾਂ ਮੌਜੂਦਾ ਸਰਕਾਰ ਹੀ ਜ਼ਿੰਮੇਵਾਰ ਹੈ। ਡੰਡੀ ਮੋਦੀ ਸਰਕਾਰ ਬਣਨ ਤੋਂ ਬਾਅਦ ਤੇਲ ਉੱਪਰ 12 ਵਾਰ ਐਕਸਾਈਜ਼ ਡਿਊਟੀ ਵਧਾਈ ਗਈ ਹੈ ਤੇ ਸਿਰਫ 2 ਵਾਰ ਹੀ ਮਾਮੂਲੀ ਘਟਾਈ ਗਈ ਹੈ। ਡੰਡੀ ਮਈ 2020 ਵਿੱਚ ਤਾਂ ਇੱਕੋ ਝਟਕੇ ਵਿੱਚ ਹੀ ਪੈਟਰੋਲ ਉੱਪਰ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਪਰ 13 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈ ਸੀ। ਡੰਡੀ 16 ਫਰਵਰੀ 2021 ਨੂੰ ਪੈਟਰੋਲ ਦੀ ਮੁੱਢਲੀ ਕੀਮਤ 32 ਰੁਪਏ 10 ਪੈਸੇ ਸੀ। ਡੰਡੀ ਪਰ ਇਸ ਤੇ ਐਕਸਾਈਜ਼ ਡਿਊਟੀ 32 ਰੁਪਏ 90 ਪੈਸੇ ਲਈ ਜਾ ਰਹੀ ਸੀ। ਡੰਡੀ ਰਾਜ ਸਰਕਾਰਾਂ ਵੀ ਵੈਟ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ। ਡੰਡੀ ਮਹਾਰਾਸ਼ਟਰ ਵਿੱਚ ਪੈਟਰੋਲ ਤੇ 26% ਵੈਟ ਅਤੇ 10 ਰੁਪਏ 12 ਪੈਸੇ ਵੱਖਰਾ ਟੈਕਸ ਵੀ ਲਾਗੂ ਹੈ। ਡੰਡੀ ਮੱਧ ਪ੍ਰਦੇਸ਼ ਵਿੱਚ ਵੈਟ 33% ਤੇ 4.5 ਰੁਪਏ ਵੱਖਰਾ ਟੈਕਸ, ਰਾਜਸਥਾਨ ਵਿੱਚ 36% ਵੈਟ ਹੈ। ਡੰਡੀ ਬਾਕੀ ਰਾਜਾਂ ਵਿੱਚ ਵੀ ਹਾਲ ਕੋਈ ਬਹੁਤਾ ਵੱਖਰਾ ਨਹੀਂ। ਡੰਡੀ ਨਤੀਜਾ ਇਹ ਹੈ ਕਿ ਮਹਿੰਗਾਈ ਵੱਧ ਰਹੀ ਹੈ। ਡੰਡੀ ਨਵੰਬਰ 2020 ਵਿੱਚ ਇਹ 7.35% ਸੀ। ਡੰਡੀ ਹੁਣ ਤਾਂ ਹੋਰ ਵੀ ਜ਼ਿਆਦਾ ਹੋਵੇਗੀ। ਡੰਡੀ ਭਰਾ ਭਾਰਤ ਦੇ ਬਹੁਤੇ ਗਵਾਂਢੀ ਦੇਸ਼ਾਂ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ ਭਾਰਤ ਨਾਲੋਂ ਘੱਟ ਹਨ। ਡੰਡੀ ਉਂਝ ਤਾਂ ਵੈਨਜ਼ੂਏਲਾ ਵਿੱਚ ਸਭ ਤੋਂ ਸਸਤਾ ਹੈ ਪੈਟਰੋਲ, ਜਿੱਥੇ ਇਹ 2 ਰੁਪਏ ਲੀਟਰ ਤੋਂ ਵੀ ਹੇਠਾਂ ਹੈ। ਡੰਡੀ ਪਰ ਵਿਸ਼ਵ ਦੇ 10 ਦੇਸ਼ਾਂ ਵਿੱਚ ਇਹ 4.5 ਰੁਪਏ ਤੋਂ ਲੈ ਕੇ 28 ਰੁਪਏ ਪ੍ਰਤੀ ਲੀਟਰ ਤੱਕ ਵਿਕ ਰਿਹਾ ਹੈ। ਡੰਡੀ ਚੱਲੋ ਇਹ ਦੂਰ ਵਸਦੇ ਦੇਸ਼ ਹਨ। ਡੰਡੀ ਸਾਡੇ ਗਵਾਂਢੀ ਦੇਸ਼ਾਂ ਵਿੱਚੋਂ ਪਾਕਿਸਤਾਨ ਵਿੱਚ ਪੈਟਰੋਲ 112 ਰੁਪਏ ਪ੍ਰਤੀ ਲੀਟਰ ਹੈ, ਜੋ ਭਾਰਤੀ ਰੁਪਏ ਅਨੁਸਾਰ ਸਿਰਫ 51 ਕੁ ਰੁਪਏ ਬਣਦਾ ਹੈ ਤੇ ਡੀਜ਼ਲ
ਡੀਜ਼ਲ 107 ਰੁਪਏ ਪ੍ਰਤੀ ਲੀਟਰ ਪਾਕਿਸਤਾਨੀ ਰੁਪਏ ਹੈ, ਜੋ ਭਾਰਤ ਦੇ 49 ਕੁ ਰੁਪਏ ਦੇ ਬਰਾਬਰ ਹਨ। ਡੰਡੀ ਮਲੇਸ਼ੀਆ ਵਿੱਚ ਪੈਟਰੋਲ ਦੀ ਕੀਮਤ 43 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਹੈ। ਬਰਮਾ ਵਿੱਚ 58 ਰੁਪਏ, ਸ਼੍ਰੀਲੰਕਾ ਵਿੱਚ 69 ਰੁਪਏ, ਭੂਟਾਨ ਵਿੱਚ 60 ਰੁਪਏ ਪ੍ਰਤੀ ਲੀਟਰ ਹੈ। ਡੰਡੀ ਚੀਨ ਤੇ ਬੰਗਲਾਦੇਸ਼ ਵਿੱਚ 70 ਰੁਪਏ ਤੋਂ ਵਧੇਰੇ ਹੈ। ਡੰਡੀ ਪਰ ਭਾਰਤ ਤੋਂ ਫਿਰ ਵੀ ਕਾਫੀ ਸਸਤਾ ਹੈ। ਡੰਡੀ ਹਾਂ, ਕੁਝ ਦੇਸ਼ਾਂ ਜਿਵੇਂ ਬਰਤਾਨੀਆ ਆਦਿ ਵਿੱਚ ਪੈਟਰੋਲ ਭਾਰਤ ਤੋਂ ਮਹਿੰਗਾ ਹੈ। ਡੰਡੀ ਪਰ ਦੇਖਣ ਵਾਲੀ ਗੱਲ ਹੈ ਕਿ ਉੱਥੇ ਪ੍ਰਤੀ ਜੀ ਆਮਦਨ ਭਾਰਤ ਤੋਂ ਕਿੰਨੀ ਜ਼ਿਆਦਾ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਹੁਕਮਰਾਨ ਖੁਦ ਹੀ ਤੇਲ ਇੰਨਾ ਮਹਿੰਗਾ ਕਰ ਰਹੇ ਹਨ ਕਿ ਇਹ ਗਰੀਬ ਲੋਕਾਂ ਨੂੰ, ਜਿਨ੍ਹਾਂ ਕੋਲ ਕੋਈ ਕਾਰ ਸਕੂਟਰ ਆਦਿ ਵੀ ਨਹੀਂ, ਇਸ ਮਹਿੰਗਾਈ ਦਾ ਸ਼ਿਕਾਰ ਬਣ ਰਹੇ ਹਨ। ਡੰਡੀ ਕਿਉਂਕਿ ਤੇਲ ਦਾ ਮਹਿੰਗਾ ਹੋਣਾ, ਭਾੜਾ ਵਧੇਗਾ ਤੇ ਨਤੀਜੇ ਵਜੋਂ ਹਰ ਚੀਜ਼ ਮਹਿੰਗੀ ਹੁੰਦੀ ਜਾਵੇਗੀ। ਡੰਡੀ ਪਰ ਸਰਕਾਰ ਬੇਪਰਵਾਹ ਹੈ। ਡੰਡੀ ਬਿਹਾਰ ਚੋਣਾਂ ਦੌਰਾਨ, ਹੈਦਰਾਬਾਦ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਅਤੇ ਹੁਣ ਬੰਗਾਲ ਵਿੱਚ ਹੋ ਰਹੀਆਂ ਚੋਣ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਤੋਂ ਲੈ ਕੇ ਭਾਜਪਾ ਦੇ ਸਾਰੇ ਸੀਨੀਅਰ ਆਗੂ ਕਰੋਨਾ ਮਹਾਮਾਰੀ ਦੇ ਨਿਯਮਾਂ ਤੇ ਕਾਇਦੇ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਆਪਣੀਆਂ ਸਾਰੀਆਂ ਸਰਗਰਮੀਆਂ ਕਰਦੇ ਆ ਰਹੇ ਹਨ। ਡੰਡੀ ਇਸ ਸੰਦਰਭ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੇਂਦਰੀ ਸਰਕਾਰ ਨੂੰ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਸਿਹਤ ਦੀ ਹੀ ਇੰਨੀ ਚਿੰਤਾ ਕਿਵੇਂ ਹੋ ਗਈ। ਡੰਡੀ ਭਰਾ ਬਹੁਤੇ ਲੋਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ ਫੈਸਲੇ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖ ਰਹੇ ਹਨ। ਡੰਡੀ ਕੇਂਦਰੀ ਸਰਕਾਰ ਨੂੰ ਇਹ ਮਹਿਸੂਸ ਹੋਇਆ ਹੈ ਕਿ ਜੇਕਰ ਪੰਜਾਬ ਤੋਂ ਜਾਂ ਦੇਸ਼ ਦੇ ਹੋਰ ਹਿੱਸਿਆਂ ਤੋਂ ਸਿੱਖ ਸ਼ਰਧਾਲੂ ਪਾਕਿਸਤਾਨ ਜਾਣਗੇ ਤਾਂ ਚਾਹੇ ਅਣਚਾਹੇ ਢੰਗ ਨਾਲ ਉੱਥੇ ਮੀਡੀਆ ਵਿੱਚ ਭਾਰਤ ਸਰਕਾਰ ਦੇ ਕਿਸਾਨ ਅੰਦੋਲਨ ਪ੍ਰਤੀ ਰਵੱਈਏ ਬਾਰੇ ਖਬਰਾਂ ਨਸ਼ਰ ਹੋ ਜਾਣਗੀਆਂ ਤੇ ਇਸ ਨਾਲ ਭਾਰਤ ਸਰਕਾਰ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਵੇਗਾ। ਡੰਡੀ ਜੇਕਰ ਗ੍ਰਹਿ ਮੰਤਰਾਲੇ ਦੇ ਫੈਸਲੇ ਪਿੱਛੇ ਕੋਈ ਅਜਿਹੀ ਭਾਵਨਾ ਕੰਮ ਕਰ ਰਹੀ ਹੈ ਤਾਂ ਇਸ ਨੂੰ ਅਸੀਂ ਸਹੀ ਨਹੀਂ ਸਮਝਦੇ। ਡੰਡੀ ਕਿਉਂਕਿ ਅਜੋਕੇ ਸੂਚਨਾ ਕ੍ਰਾਂਤੀ ਦੇ ਦੌਰ ਵਿੱਚ ਦੁਨੀਆ ਦੇ ਇੱਕ ਹਿੱਸੇ ਵਿੱਚ ਵਾਪਰੀ ਘਟਨਾ ਜਾਂ ਖਬਰ ਪੂਰੀ ਦੁਨੀਆ ਵਿੱਚ ਉਸੇ ਸਮੇਂ ਫੈਲ ਜਾਂਦੀ ਹੈ। ਡੰਡੀ ਪਾਕਿਸਤਾਨੀ ਮੀਡੀਆ ਭਾਰਤ ਵਿੱਚ ਵਾਪਰ ਰਹੇ ਘਟਨਾਕ੍ਰਮ ਬਾਰੇ ਅਤੇ ਭਾਰਤੀ ਮੀਡੀਆ ਪਾਕਿਸਤਾਨ ਵਿੱਚ ਵਾਪਰ ਰਹੇ ਘਟਨਾਕ੍ਰਮ ਬਾਰੇ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣੂ ਹੈ। ਡੰਡੀ ਇਸ ਲਈ ਗ੍ਰਹਿ ਮੰਤਰਾਲੇ ਦੇ ਸਿੱਖ ਸ਼ਰਧਾਲੂਆਂ ਦੇ ਜਥੇ ਸੰਬੰਧੀ ਅਖਤਿਆਰ ਕੀਤੇ ਗਏ ਰਵੱਈਏ ਨੂੰ ਕਿਸੇ ਵੀ ਤਰ੍ਹਾਂ ਤਰਕ ਸੰਗਤ ਅਤੇ ਨਿਆਂ ਸੰਗਤ ਨਹੀਂ ਕਿਹਾ ਜਾ ਸਕਦਾ। ਡੰਡੀ ਅਸੀਂ ਇਸ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦੇ ਹਾਂ ਅਤੇ ਇਸ ਨੂੰ ਸਿੱਖ ਸ਼ਰਧਾਲੂਆਂ ਦੇ ਅਧਿਕਾਰਾਂ ਦੀ ਉਲੰਘਣਾ ਸਮਝਦੇ ਹਾਂ। ਡੰਡੀ ਜੇਕਰ ਇਸ ਸੰਬੰਧੀ ਸਿੱਖ ਭਾਈਚਾਰੇ ਵੱਲੋਂ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਡੰਡੀ ਸਿੱਖ ਕੋਲ ਕੋਈ ਵਿਚਾਰ ਮੰਚ ਨਹੀਂ ਹੈ। ਡੰਡੀ ਹਿੰਦੂ ਕੌਮ ਕੋਲ ਦੁਨੀਆ ਦਾ ਸਭ ਤੋਂ ਵੱਡਾ
ਥਿੰਕ ਟੈਂਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰੂਪ ਵਿੱਚ ਹੈ, ਜਿਸ ਦੀਆਂ ਅਣਗਿਣਤ ਸ਼ਾਖਾਵਾਂ ਹਨ। ਡੰਡੀ ਯਹੂਦੀਆਂ ਦਾ ਵਿਚਾਰ ਮੰਚ ਵੀ ਬਹੁਤ ਕਾਬਲ ਅਤੇ ਤਾਕਤਵਰ ਹੈ। ਡੰਡੀ ਈਸਾਈਆਂ ਦਾ ਵਿਚਾਰ ਮੰਚ ਰਾਜਨੀਤੀ ਤੋਂ ਪਰਾਂ ਰਹਿ ਕੇ ਆਪਣਾ ਕੰਮ ਕਰ ਰਿਹਾ ਹੈ। ਡੰਡੀ ਮੁਸਲਮਾਨਾਂ ਕੋਲ ਕੋਈ ਵਿਚਾਰ ਮੰਚ ਨਾ ਹੋਣ ਕਰਕੇ ਹੀ ਉਹ ਦੁਨੀਆ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਧਰਮ ਹੋਣ ਦੇ ਬਾਵਜੂਦ ਅਤੇ ਕਰੀਬ 57 ਮੁਸਲਮਾਨ ਦੇਸ਼ ਹੋਣ ਦੇ ਬਾਵਜੂਦ ਮੁਸਲਮਾਨ ਮੁਸ਼ਕਲਾਂ ਤੇ ਅਤਿਆਚਾਰਾਂ ਵਿੱਚੋਂ ਲੰਘ ਰਹੇ ਹਨ ਤੇ ਉਹ ਖੁਦ ਵੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹਨ ਤੇ ਕਈ ਥਾਵਾਂ 'ਤੇ ਉਹ ਜ਼ਾਲਮਾਨਾ ਰੋਲ ਵੀ ਕਰ ਰਹੇ ਹਨ। ਡੰਡੀ ਪਰ ਸਿੱਖ ਧਰਮ ਜੋ ਸਭ ਤੋਂ ਨਵਾਂ ਤੇ ਵਿਗਿਆਨਕ ਧਰਮ ਹੈ, ਥਿੰਕ ਟੈਂਕ ਜਾਂ ਵਿਚਾਰ ਮੰਚ ਤੋਂ ਸੱਖਣਾ ਹੋਣ ਕਾਰਨ ਕਈ ਮੁਸ਼ਕਲਾਂ ਵਿੱਚ ਘਿਰਿਆ ਰਹਿੰਦਾ ਹੈ। ਡੰਡੀ ਬੁੱਧ ਧਰਮ ਤੇ ਜੈਨ ਧਰਮ ਵੀ ਵਿਚਾਰ ਮੰਚ ਮਜ਼ਬੂਤ ਨਾ ਹੋਣ ਕਾਰਨ ਹੀ ਇਸ ਹਾਲਾਤ ਵਿੱਚ ਪਹੁੰਚੇ ਹਨ ਜੋ ਸਾਡੇ ਸਾਹਮਣੇ ਹੈ। ਡੰਡੀ ਭਰਾ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੇ ਰੂਪ ਵਿੱਚ ਵਿਚਾਰ ਮੰਚ ਉਸਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਰਾਜਨੀਤਿਕ ਸੱਤਾ ਨੇ ਇਹਨਾਂ ਸੰਸਥਾਵਾਂ ਨੂੰ ਪੰਗੂ ਤੇ ਵਿਚਾਰ ਰਹਿਤ ਬਣਾ ਕੇ ਰੱਖ ਦਿੱਤਾ ਹੈ। ਡੰਡੀ ਸਿੱਖ ਚਿੰਤਕ, ਵੱਡੇ ਅਫਸਰ, ਵਕੀਲ, ਪੱਤਰਕਾਰ, ਜੱਜ ਤੇ ਹੋਰ ਅਹੁਦਿਆਂ 'ਤੇ ਰਹੇ ਕਾਬਲ ਸਿੱਖ ਕੌਮੀ ਮਸਲਿਆਂ 'ਤੇ ਚੁੱਪ ਰਹਿਣ ਨੂੰ ਹੀ ਤਰਜੀਹ ਦਿੰਦੇ ਹਨ। ਡੰਡੀ ਪਰ ਚੰਗੀ ਗੱਲ ਹੈ ਕਿ ਸਿੱਖ ਫੋਰਮ, ਜਿਸ ਦੇ ਸੰਸਥਾਪਕਾਂ ਵਿੱਚ 1971 ਦੀ ਜੰਗ ਵਿੱਚ ਪਾਕਿਸਤਾਨੀ ਫੌਜ ਨੂੰ ਆਤਮ ਸਮਰਪਣ ਲਈ ਮਜਬੂਰ ਕਰਨ ਵਾਲੇ ਜਨਰਲ ਜਗਜੀਤ ਸਿੰਘ ਅਰੋੜਾ ਸ਼ਾਮਲ ਸਨ, ਦੀ ਅਗਵਾਈ ਵਿੱਚ ਇੱਕ ਆਨਲਾਈਨ ਮੀਟਿੰਗ ਵਿੱਚ ਕਰੀਬ 2 ਦਰਜਨ ਪ੍ਰਮੁੱਖ ਸਿੱਖਾਂ ਨੇ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਸਿੱਖਾਂ ਦੀ ਸਥਿਤੀ 'ਤੇ ਵਿਚਾਰ ਕੀਤਾ। ਡੰਡੀ ਭਾਵੇਂ ਉਹਨਾਂ ਨੇ ਇਸ ਦੇ ਵੇਰਵੇ ਅਜੇ ਜਨਤਕ ਨਹੀਂ ਕੀਤੇ, ਪਰ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਵਿਚਾਰ ਚਰਚਾ ਸਿੱਖਾਂ ਦਾ ਇੱਕ ਥਿੰਕ ਟੈਂਕ ਵਿਚਾਰ ਮੰਚ ਉਸਾਰਨ ਵਿੱਚ ਸਹਾਈ ਹੋ ਸਕਦੀ ਹੈ। ਡੰਡੀ ਇਸ ਮੀਟਿੰਗ ਵਿੱਚ ਸ਼ਾਮਲ ਵਿਅਕਤੀਆਂ ਵਿੱਚ ਹੋਰਨਾਂ ਤੋਂ ਇਲਾਵਾ ਕਰਨਾਟਕ ਦੇ ਮੁੱਖ ਸਕੱਤਰ ਰਹੇ ਚਰਨਜੀਵ ਸਿੰਘ, ਮੁੰਬਈ ਦੇ ਸਾਬਕ ਪੁਲਿਸ ਮੁਖੀ PS ਪਸਰੀਚਾ, ਸਾਬਕ VC SP ਸਿੰਘ, ਸਾਬਕ MP ਤਰਲੋਚਨ ਸਿੰਘ, ਭਾਰਤ ਦੇ ਸਾਬਕ ਰਾਜਦੂਤ MS ਪੁਰੀ, ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਡਾਕਟਰ ਚਰਨ ਸਿੰਘ, ਇਲਾਹਾਬਾਦ ਬੈਂਕ ਦੇ ਸਾਬਕ ਚੇਅਰਮੈਨ ਹਰਭਜਨ ਸਿੰਘ, ਵਕੀਲ HS ਫੂਲਕਾ, ਸਿੱਖ ਫੋਰਮ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਚੋਪੜਾ ਆਦਿ ਸ਼ਾਮਲ ਸਨ। ਡੰਡੀ ਇਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸਾਨ ਅੰਦੋਲਨ ਦੀ ਜਿੱਤ ਹੋਣੀ ਬੇਸ਼ੱਕ ਜ਼ਰੂਰੀ ਹੈ, ਪਰ ਇਸ ਨੂੰ ਸਿਰਫ ਸਿੱਖ ਅੰਦੋਲਨ ਨਹੀਂ ਬਣ ਦਿੱਤਾ ਜਾਣਾ ਚਾਹੀਦਾ। ਡੰਡੀ ਬੇਸ਼ੱਕ ਇਹ ਇੱਕ ਛੋਟੀ ਜਿਹੀ ਸ਼ੁਰੂਆਤ ਹੈ, ਪਰ ਅਸੀਂ ਸਿੱਖ ਫੋਰਮ ਦੇ ਅਹੁਦੇ
ਜਥੇਦਾਰਾਂ ਨੂੰ ਕਹਿਣਾ ਚਾਹਾਂਗੇ ਕਿ ਉਹ ਦੇਸ਼ ਭਰ ਦੇ ਸਿੱਖ ਬੁੱਧੀਜੀਵੀਆਂ, ਸਾਬਕ ਉੱਚ ਅਧਿਕਾਰੀਆਂ, ਜੱਜਾਂ, ਸਕਾਲਰਾਂ, ਵੱਡੇ ਪੱਤਰਕਾਰਾਂ, ਬੈਂਕਰਾਂ, ਸਨਅਤਕਾਰਾਂ ਅਤੇ ਹੋਰ ਵਰਗਾਂ ਦੇ ਪ੍ਰਮੁੱਖ ਸਿੱਖਾਂ ਦਾ ਇੱਕ ਰਜਿਸਟਰ ਬਣਾਉਣ ਅਤੇ ਉਹਨਾਂ ਨੂੰ ਹਰ ਸ਼ਹਿਰ ਵਿੱਚ ਇੱਕ ਸਥਾਨਕ ਸੰਸਥਾ ਜਾਂ ਵਿਚਾਰ ਮੰਚ ਬਣਾਉਣ ਲਈ ਉਤਸ਼ਾਹਿਤ ਕਰਨ ਅਤੇ ਉਸ ਵਿਚਾਰ ਮੰਚ ਵੱਲੋਂ ਸਿਰਫ ਸਰਬਸੰਮਤੀ ਨਾਲ ਚੁਣਿਆ ਇੱਕ ਪ੍ਰਤੀਨਿਧ ਲੈ ਕੇ ਕੇਂਦਰੀ ਵਿਚਾਰ ਮੰਚ ਬਣਾਉਣ ਅਤੇ ਸਿੱਖ ਕੌਮ ਨੂੰ ਹਰ ਮਸਲੇ ਵਿੱਚ ਸੇਧ ਅਤੇ ਸਲਾਹ ਦੇਣ ਲਈ ਅੱਗੇ ਆਉਣ ਡੰਡੀ। ਇਹ ਸਮੇਂ ਦੀ ਸਭ ਤੋਂ ਵੱਡੀ ਅਤੇ ਜ਼ਰੂਰੀ ਮੰਗ ਹੈ ਡੰਡੀ। ਹਾਂ, ਇਸ ਵਿਚਾਰ ਮੰਚ ਦਾ ਕੋਈ ਆਗੂ ਸਿੱਧੇ ਰਾਜਨੀਤਿਕ ਫਾਇਦੇ ਜਾਂ ਅਹੁਦੇ ਤੋਂ ਦੂਰ ਰਹੇ ਡੰਡੀ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਟੂਲ ਕਿੱਟ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਨੌਜਵਾਨ ਕੁੜੀ ਦਿਸ਼ਾ ਰਵੀ ਦੀ ਗ੍ਰਿਫਤਾਰੀ ਅਤੇ ਵਕੀਲ ਨਕਿਤਾ ਜੈਕਿਬ ਤੇ ਇੰਜੀਨੀਅਰ ਸ਼ਾਂਤਨੂ ਨੂੰ ਖਾਲਿਸਤਾਨ ਦੀ ਹਮਾਇਤ ਦੇ ਮਾਮਲੇ 'ਚ ਉਲਝਾਉਣ ਦਾ ਵਿਰੋਧ ਕੀਤਾ ਹੈ। ਡੰਡੀ ਸਰਕਾਰ ਇਸ ਟੂਲ ਕਿੱਟ ਨੂੰ ਖਾਲਿਸਤਾਨ ਪੱਖੀ ਜਥੇਬੰਦੀ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਲ ਜੋੜਦੀ ਹੈ ਡੰਡੀ। ਪਰ ਇਹ ਤਿੰਨੇ ਨੌਜਵਾਨ ਤਾਂ ਸਿੱਖ ਵੀ ਨਹੀਂ ਹਨ ਡੰਡੀ। ਫਿਰ ਭਾਰਤ ਦੇ ਬਹੁਗਿਣਤੀ ਸਿੱਖ ਵੀ ਖਾਲਿਸਤਾਨ ਦੇ ਹਮਾਇਤੀ ਨਹੀਂ ਹਨ ਡੰਡੀ। ਇਸ ਲਈ ਜੇਕਰ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਇਹ ਨੌਜਵਾਨ ਕਿਸੇ ਖਾਲਿਸਤਾਨੀ ਜਥੇਬੰਦੀ ਦੇ ਵਰਚੁਅਲ ਸੰਪਰਕ ਵਿੱਚ ਆ ਵੀ ਗਏ ਹੋਣ ਤਾਂ ਉਹਨਾਂ ਨੂੰ ਦੇਸ਼ ਧਰੋਹੀ ਸਮਝ ਕੇ ਮੁਕੱਦਮਿਆਂ ਵਿੱਚ ਉਲਝਾ ਲੈਣਾ ਕੋਈ ਚੰਗੀ ਗੱਲ ਨਹੀਂ ਡੰਡੀ। ਇਹ ਇਨਸਾਫ ਦੇ ਤਕਾਜ਼ੇ 'ਤੇ ਠੀਕ ਨਹੀਂ ਲੱਗਦਾ ਡੰਡੀ। ਹਾਂ, ਟੂਲ ਕਿੱਟ ਦਸਤਾਵੇਜ਼ ਦੀ ਸਿਰਜਣਾ ਸਿਰਫ ਕਿਸਾਨ ਅੰਦੋਲਨ ਪ੍ਰਤੀ ਲੋਕਾਂ ਨੂੰ ਪ੍ਰਚਾਰ ਕਰਨ ਦੇ ਢੰਗ ਤਰੀਕੇ ਦੱਸਣ ਦੀ ਇੱਕ ਕੋਸ਼ਿਸ਼ ਮੰਨੀ ਜਾ ਸਕਦੀ ਹੈ ਜੋ ਰਾਸ਼ਟਰ ਧਰੋਹ ਹਰਗਿਜ਼ ਨਹੀਂ ਹੈ ਡੰਡੀ। ਇਸ ਲਈ ਸਰਕਾਰ ਨੂੰ ਪ੍ਰਚਾਰ ਜਾਂ ਕੁਪ੍ਰਚਾਰ ਜੋ ਵੀ ਉਹ ਸਮਝਦੀ ਹੈ ਉਸ ਦਾ ਜਵਾਬ ਪ੍ਰਚਾਰ ਨਾਲ ਦੇਣਾ ਚਾਹੀਦਾ ਹੈ, ਨਾ ਕਿ ਸਹਿਮ ਦੇ ਡਰ ਦਾ ਵਾਤਾਵਰਨ ਪੈਦਾ ਕਰਨਾ ਚਾਹੀਦਾ ਹੈ ਡੰਡੀ। ਅਸੀਂ ਖਾਲਿਸਤਾਨ ਦੇ ਹਾਮੀ ਨਹੀਂ, ਪਰ ਦੇਸ਼ ਵਿੱਚ ਬੋਲਣ ਦੀ ਆਜ਼ਾਦੀ ਦੇ ਸਮਰਥਕ ਜ਼ਰੂਰ ਹਾਂ ਡੰਡੀ। ਸੰਯੁਕਤ ਕਿਸਾਨ ਮੋਰਚੇ ਦੇ ਇੱਕ ਪ੍ਰਮੁੱਖ ਆਗੂ ਦੀ ਟਿੱਪਣੀ ਮਹੱਤਵਪੂਰਨ ਹੈ ਕਿ ਕਿਸਾਨ ਅੰਦੋਲਨ ਨੂੰ ਦੁਨੀਆ ਭਰ ਵਿੱਚ ਹਮਾਇਤ ਮਿਲ ਰਹੀ ਹੈ ਕਿ ਸਰਕਾਰ ਦੁਨੀਆ ਭਰ ਦੇ ਅੰਦੋਲਨ ਸਮਰਥਕਾਂ ਨਾਲ ਇਸ ਤਰ੍ਹਾਂ ਨਿਪਟ ਸਕਦੀ ਹੈ ਡੰਡੀ।
ਉਹਨਾਂ ਕਿਹਾ ਕਿ ਹੁਣ ਤਾਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੀ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਜਵਾਬ ਮੰਗ ਰਿਹਾ ਹੈ। ਡੰਡੀ ਬਰਤਾਨੀਆ ਦੇ ਹਾਊਸ ਆਫ ਕਾਮਨਜ਼ ਵਿੱਚ ਬਹਿਸ ਹੋ ਰਹੀ ਹੈ। ਡੰਡੀ ਅਮਰੀਕਾ ਭਾਵੇਂ ਕਾਨੂੰਨਾਂ ਦੇ ਹੱਕ ਵਿੱਚ ਹੈ, ਪਰ ਫਿਰ ਵੀ ਅੰਦੋਲਨ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਡੰਡੀ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਵੀ ਕਿਸਾਨ ਅੰਦੋਲਨ ਨੂੰ ਹਮਾਇਤ ਮਿਲ ਰਹੀ ਹੈ। ਡੰਡੀ ਇਸ ਦਾ ਜਵਾਬ ਦੇਣ ਲਈ ਸਰਕਾਰ ਨੂੰ ਆਪਣਾ ਪ੍ਰਚਾਰ ਤੇਜ਼ ਕਰਨਾ ਹੱਕ ਹੈ, ਪਰ ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਕੇਸ ਦਰਜ ਕਰਕੇ ਭੈਭੀਤ ਕਰਨਾ ਜਾਂ ਉਹਨਾਂ ਨੂੰ ਦੇਸ਼ ਧਰੋਹੀ ਕਹਿਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ। ਡੰਡੀ ਅਜਿਹਾ ਪ੍ਰਭਾਵ ਨਹੀਂ ਬਣਨਾ ਚਾਹੀਦਾ ਕਿ ਸਰਕਾਰ ਅੰਦੋਲਨ ਨੂੰ ਧੱਕੇ ਤੇ ਤਾਕਤ ਨਾਲ ਕੁਚਲਣਾ ਚਾਹੁੰਦੀ ਹੈ। ਡੰਡੀ